ਗੁੱਡ ਮਾਰਨਿੰਗ ਸਟੂਡੈਂਟਸ, ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਵਿੱਚ। ਅੱਜ ਅਸੀਂ ਕਰਨ ਜਾ ਰਹੇ ਹਾਂ ਪਾਠ ਪੁਸਤਕ ਕਾਵਿ ਯਾਤਰਾ ਦੀ ਚੌਥੀ ਕਵਿਤਾ ਤਾਜ ਮਹਿਲ। ਤਾਜ ਮਹਿਲ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਜੀ ਦੁਆਰਾ ਲਿਖੀ ਹੋਈ ਹੈ। ਪ੍ਰੋਫੈਸਰ ਮੋਹਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੀ ਰੋਮਾਂਸਵਾਦੀ ਪ੍ਰਗਤੀਵਾਦੀ ਧਾਰਾ ਦੇ ਪ੍ਰਵਰਤਕ ਸਨ। ਉਹ ਇੱਕ ਯੁੱਗ ਪੁਰਸ਼ ਸਨ ਜਿਸ ਦੀ ਪੈੜ 'ਤੇ ਚੱਲ ਕੇ ਕਈ ਆਧੁਨਿਕ ਕਵੀਆਂ ਨੇ ਕਵਿਤਾ ਲਿਖੀ। ਅੰਮ੍ਰਿਤਾ ਪ੍ਰੀਤਮ ਵੀ ਇਸੇ ਕਾਵਿਧਾਰਾ ਅਧੀਨ ਕਵਿਤਾ ਲਿਖਣ ਵਾਲੀ ਕਵਿੱਤਰੀ ਸਨ। ਇਸੇ ਲਈ ਉਹਨਾਂ ਦੇ ਯੁੱਗ ਨੂੰ ਅੰਮ੍ਰਿਤਾ ਮੋਹਨ ਸਿੰਘ ਯੁੱਗ ਕਿਹਾ ਜਾਂਦਾ ਸੀ। ਇਸ ਮਹਾਨ ਕਵੀ ਦਾ ਜਨਮ 20 ਅਕਤੂਬਰ 1905 ਨੂੰ ਪਾਕਿਸਤਾਨ ਵਿੱਚ ਰਾਵਲਪਿੰਡੀ ਪਿੰਡ ਧਮਿਆਨ ਵਿੱਚ ਹੋਇਆ ਸੀ। ਉਹਨਾਂ ਨੇ MA ਫਾਰਸੀ ਕੀਤੀ ਹੋਈ ਸੀ, ਸੋ ਉਹ ਕੁਝ ਸਮਾਂ ਅਧਿਆਪਕ ਵਜੋਂ ਕੰਮ ਵੀ ਕਰਦੇ ਰਹੇ। ਸੋ ਅਸੀਂ ਸ਼ੁਰੂ ਕਰਦੇ ਹਾਂ ਕਵਿਤਾ ਤਾਜ ਮਹਿਲ। ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗਲ ਕੱਤ ਕੇ ਬਾਹੀਂ, ਸੋਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ, ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੂੰਦੇ, ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਸਵਾਦ ਹੋਊਂਗੇ। ਲੱਗ ਟਾਹਣਾ ਗਲ ਵੇਲਾਂ ਸੁੱਤੀਆਂ, ਲੱਗ ਵੇਲਾਂ ਗਲ ਕਲੀਆਂ, ਲੱਗ ਕਲੀਆਂ ਗਲ ਗੰਧਾਂ ਸੁੱਤੀਆਂ, ਨੀਂਦ ਵਲੇਵੇਂ ਵਲੀਆਂ। ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਅਤੇ ਸਾਵੇਂ, ਨੀਂਦ ਵਿਗੁੱਤੀ ਜਲ ਧਾਰਾ ਨੂੰ ਵੰਨੀ ਵਿੱਚ ਕਲਾਵੇ। ਸੋ ਬੇਟਾ ਨਾਲ ਨਾਲ ਤੁਸੀਂ ਆਪਣੀ ਪਾਠ ਪੁਸਤਕ ਵੱਲ ਵੀ ਧਿਆਨ ਦੇਣਾ ਹੈ। ਔਖੇ ਸ਼ਬਦਾਂ ਦੇ ਅਰਥ ਮੈਂ ਨਾਲ ਨਾਲ ਸਮਝਾ ਰਹੀ ਹਾਂ, ਉਹਨਾਂ ਨੂੰ ਅੰਡਰਲਾਈਨ ਕਰਦੇ ਜਾਣਾ। ਜਿਵੇਂ ਪੈਰੇ ਵਿੱਚ ਲਿਖਿਆ ਗਿਆ ਹੈ, ਦੁੱਧ ਚਿੱਟੀਆਂ ਰੰਗਦਾਰ ਮਰਮਰਾਂ। ਰੰਗਦਾਰ ਤੋਂ ਭਾਵ ਹੈ ਰੰਗ ਵਾਲੀਆਂ ਭਾਵ ਧਾਰੀਦਾਰ। ਮਰਮਰਾਂ ਤੋਂ ਭਾਵ ਹੈ ਸੰਗਮਰਮਰ। ਗੜੂੰਦੇ ਤੋਂ ਭਾਵ ਹੈ ਮਸਤ ਹੋਏ। ਸੋਹਲ ਤੋਂ ਭਾਵ ਹੈ ਨਾਜ਼ੁਕ। ਸੀਨੇ ਤੋਂ ਭਾਵ ਹੈ ਦਿਲ। ਸੀਨੇ ਭਾਵ ਦਿਲ। ਊਂਘੇ ਤੋਂ ਭਾਵ ਹੈ ਨੀਂਦ ਵਿੱਚ ਮਸਤ ਹੋਏ। ਸੋ ਗੰਧਾਂ ਤੋਂ ਭਾਵ ਹੈ ਖੁਸ਼ਬੂਆਂ। ਸਾਵੇ ਤੋਂ ਭਾਵ ਹੈ ਹਰੇ। ਬਿਗੁੱਤੀ ਤੋਂ ਭਾਵ ਹੈ ਗੁਆਚੀ ਹੋਈ। ਸੋ ਬੇਟਾ ਮੈਂ ਨਾਲ ਨਾਲ ਹੀ ਤੁਹਾਨੂੰ ਵਿਆਖਿਆ ਕਰਵਾਵਾਂਗੀ ਅਤੇ ਨਾਲ ਹੀ ਔਖੇ ਸ਼ਬਦਾਂ ਦੇ ਅਰਥ ਵੀ ਦੱਸਾਂਗੀ। ਦੁੱਧ ਪਤਲੀਆਂ ਰੰਗਦਾਰ ਮਰਮਰਾਂ ਦੇ ਗਲ ਕੱਤ ਕੇ ਬਾਹੀਂ। ਇਸ ਵਿੱਚ ਕਵੀ ਤਾਜ ਮਹਿਲ ਦੀ ਰੋਮਾਂਟਿਕ ਸੁੰਦਰਤਾ ਨੂੰ ਪੇਸ਼ ਕਰਦੇ ਹੋਏ ਲਿਖਦਾ ਹੈ ਕਿ ਚਾਨਣੀ ਰਾਤ ਵਿੱਚ ਤਾਜ ਮਹਿਲ ਦੀ ਸੁੰਦਰਤਾ ਅਦਭੁਤ ਅਤੇ ਰੋਮਾਂਟਿਕ ਹੁੰਦੀ ਹੈ। ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਭਾਵ ਤਾਜ ਮਹਿਲ ਇਵੇਂ ਜਾਪਦਾ ਹੈ ਜਿਵੇਂ ਚੰਦਰਮਾ ਦੀਆਂ ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗਲ ਕੱਤ ਕੇ ਬਾਹੀਂ, ਸੋਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ। ਦੋਨਾਂ ਸਤਰਾਂ ਦਾ ਅਰਥ ਜੋ ਹੈ ਇੱਕ ਲਾਈਨ ਵਿੱਚ ਹੋਵੇਗਾ। ਜਿਵੇਂ ਕਵੀ ਕਹਿ ਰਿਹਾ ਹੈ ਕਿ ਤਾਜ ਮਹਿਲ ਇਸ ਤਰ੍ਹਾਂ ਜਾਪ ਰਿਹਾ ਹੈ ਜਿਵੇਂ ਚੰਦਰਮਾ ਦੀਆਂ ਸੋਹਲ ਅਤੇ ਪਤਲੀਆਂ ਚੰਨ ਦੀਆਂ ਜੋ ਕਿਰਨਾਂ ਹਨ, ਰੰਗਦਾਰ ਧਾਰੀਆਂ ਦੇ ਉੱਤੇ ਇਵੇਂ ਪਈਆਂ ਹਨ ਜਿਵੇਂ ਦੁੱਧ ਚਿੱਟੀਆਂ ਧਾਰੀਦਾਰ ਸੰਗਮਰਮਰ ਦੀਆਂ ਸਿੱਲਾਂ ਦੇ ਗਲ ਬਾਹਾਂ ਪਾ ਕੇ ਬੇਪਰਵਾਹੀ ਨਾਲ ਸੁੱਤੀਆਂ ਹੋਣ। ਬਿਰਛਾਂ ਬੂਟਿਆਂ ਦੇ ਪਰਛਾਵੇਂ ਅਤੇ ਬਿਰਛਾਂ ਦੇ ਬੂਟਿਆਂ ਦੇ ਪਰਛਾਵੇਂ ਇਵੇਂ ਹਨ ਜਿਵੇਂ ਨਸ਼ਿਆਂ ਨਾਲ ਗੜੂੰਦੇ। ਜਿਵੇਂ ਨਸ਼ਿਆਂ ਦੇ ਨਾਲ ਗੜੂੰਦੇ ਹਨ, ਜਿਵੇਂ ਨਸ਼ਿਆਂ ਦੇ ਵਿੱਚ ਮਸਤ ਹੋਏ ਹਨ। ਘਾਹ ਦੀ ਸੋਹਲ ਸੀਨਿਆਂ ਉੱਤੇ ਸਵਾਦ ਸਵਾਦ ਹੋਣਗੇ। ਜਿਵੇਂ ਬਿਰਛ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੂੰਦੇ ਹੋਏ ਮਸਤ ਹੋਏ ਇਸ ਤਰ੍ਹਾਂ ਰੁਮਕ ਰਹੇ ਹਨ ਜਿਵੇਂ ਨਸ਼ਿਆਂ ਵਿੱਚ ਮਸਤ ਹੋ ਕੇ ਘਾਹ ਦੇ ਸੋਹਲ ਸੀਨਿਆਂ ਦੇ ਉੱਤੇ ਕਿਸੇ ਅਨੋਖੇ ਜਿਹੇ ਸਰੂਰ ਦੇ ਵਿੱਚ ਝੂਮ ਰਹੇ ਹੋਣ। ਲੱਗ ਟਾਹਣਾ ਗਲ ਵੇਲਾਂ ਸੁੱਤੀਆਂ। ਟਾਹਣਿਆਂ ਦੇ ਗਲ ਲੱਗ ਕੇ ਵੇਲਾਂ ਸੁੱਤੀਆਂ ਹੋਈਆਂ ਹਨ।
ਲੱਗ ਵੇਲਾਂ ਗਲ ਕਲੀਆਂ, ਲੱਗ ਵੇਲਾਂ ਗਲ ਕਲੀਆਂ। ਤੇ ਕਲੀਆਂ ਵੇਲਾਂ ਦੇ ਨਾਲ ਇਵੇਂ ਹਨ ਜਿਵੇਂ ਲੱਗ ਕਲੀਆਂ ਗਲ ਗੰਧਾਂ ਸੁੱਤੀਆਂ। ਕਵੀ ਕਹਿੰਦਾ ਹੈ ਕਿ ਦਰਖਤਾਂ ਦੀਆਂ ਟਾਹਣੀਆਂ ਦੇ ਗਲ ਨਾਲ ਲੱਗ ਕੇ ਜੋ ਵੇਲਾਂ ਹਨ ਸੁੱਤੀਆਂ ਹੋਈਆਂ ਹਨ, ਤੇ ਵੇਲਾਂ ਦੇ ਗਲ ਲੱਗ ਕੇ ਕਲੀਆਂ ਲੱਗੀਆਂ ਹੋਈਆਂ ਹਨ, ਤੇ ਕਲੀਆਂ ਦੇ ਗਲ ਦੇ ਨਾਲ ਨੀਂਦ ਦੇ ਵਲੇਵੇ ਵਿੱਚ ਬੜੀਆਂ ਹੋਈਆਂ ਖੂਬਸੂਰਤ ਗੰਧਾਂ ਵੰਡ ਰਹੀਆਂ ਹਨ, ਖੁਸ਼ਬੂਆਂ ਵੰਡ ਰਹੀਆਂ ਹਨ। ਗੰਧਾਂ ਭਾਵ ਲੱਗ ਕਲੀਆਂ ਗਲ ਗੰਧਾਂ ਸੁੱਤੀਆਂ, ਤੇ ਕਲੀਆਂ ਜੋ ਹਨ ਖੁਸ਼ਬੂਆਂ ਵੰਡਦੀਆਂ ਹੋਈਆਂ ਸੁੱਤੀਆਂ ਪਈਆਂ ਹਨ। ਨੀਂਦ ਵਲੇਵੇਂ ਬਲੀਆਂ, ਨੀਂਦਾਂ ਦੇ ਵਲੇਵੇ ਵਿੱਚ ਬਲੀਆਂ ਹੋਈਆਂ ਇਹ ਖੁਸ਼ਬੂਆਂ ਸੁੱਤੀਆਂ ਪਈਆਂ ਹਨ। ਸ਼ਾਂਤ ਸੁੱਤੇ ਜਮਨਾ ਦੇ ਕੰਢੇ, ਸਾਰਾ ਵਾਤਾਵਰਣ ਨੀਂਦ ਦੇ ਆਲਮ ਵਿੱਚ ਮਦਮਸਤ ਹੋ ਕੇ ਊਂਘ ਰਿਹਾ ਹੈ। ਜਮਨਾ ਦੇ ਕੰਢੇ ਹਰੇ ਭਰੇ ਅਤੇ ਜਮਨਾ, ਲਾਸਟ ਲਾਈਨ ਤੋਂ ਸੈਕਿੰਡ ਲਾਈਨ ਦੇਖੋ, ਸ਼ਾਂਤ ਸੁੱਤੇ ਜਮਨਾ ਦੇ ਕੰਢੇ, ਜਮਨਾ ਦੇ ਕੰਢੇ ਸ਼ਾਂਤ ਸੁੱਤੇ ਪਏ ਹਨ, ਹਰੇ ਭਰੇ ਅਤੇ ਸਾਵੇਂ, ਹਰੇ ਭਰੇ ਹਨ ਸਾਵੇਂ ਹਨ। ਸਾਵੇਂ ਤੋਂ ਭਾਵ ਕੀ ਹੈ? ਹੁਣੇ ਮੈਂ ਤੁਹਾਨੂੰ ਦੱਸਿਆ ਸੀ, ਸਾਵੇਂ ਭਾਵ ਹਰੇ ਭਰੇ ਸ਼ਾਂਤ ਹਨ। ਅੱਗੇ ਹੈ, ਨੀਂਦ ਵਿਗੁੱਤੀ ਜਲ ਧਾਰਾ ਨੂੰ ਬੰਨੀ ਵਿੱਚ ਕਲਾਵੇ। ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਮਨਾ ਦੇ ਕੰਢੇ ਤਾਜ ਮਹਿਲ ਤੇ ਉਸਦਾ ਆਲਾ ਦੁਆਲਾ ਚਾਨਣੀ ਰਾਤ ਵਿੱਚ ਨੀਂਦ ਵਿੱਚ ਮਸਤ ਹੋ ਕੇ ਊਂਘ ਰਿਹਾ ਹੈ। ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਪਾਣੀਆਂ ਦੇ ਵਿੱਚ, ਜਮਨਾ ਦੇ ਪਾਣੀ ਦੇ ਵਿੱਚ ਤਾਜ ਮਹਿਲ ਦਾ ਜੋ ਸਾਇਆ ਹੈ ਉਹ ਵੀ ਸੁੱਤਾ ਪਿਆ ਹੈ। ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਜਾਣੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ। ਸੋ ਕਵੀ ਕਹਿ ਰਿਹਾ ਹੈ ਕਿ ਤਾਜ ਮਹਿਲ ਦੇ ਰੋਮਾਂਟਿਕ ਦ੍ਰਿਸ਼ ਦਾ ਨਜ਼ਾਰਾ ਇੰਨਾ ਆਨੰਦਮਈ ਹੈ ਕਿ ਜਿਵੇਂ ਚਾਨਣੀ ਰਾਤ ਦੇ ਵਿੱਚ ਜੋ ਤਾਜ ਮਹਿਲ ਦਾ ਸਾਇਆ ਹੈ ਉਹ ਵੀ ਜਮਨਾ ਨਦੀ ਦੇ ਪਾਣੀ ਵਿੱਚ ਸ਼ਾਂਤ ਤੇ ਸੁੱਤਾ ਪਿਆ ਹੈ। ਜਾਣੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ। ਕਵੀ ਕਹਿੰਦਾ ਹੈ ਕਿ ਤਾਜ ਮਹਿਲ ਦਾ ਪਰਛਾਵਾਂ ਜੋ ਜਮਨਾ ਨਦੀ ਵਿੱਚ ਦਿਖ ਰਿਹਾ ਹੈ ਉਹ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਜਮਨਾ ਨਦੀ ਨੇ ਤਾਜ ਮਹਿਲ ਨੂੰ ਉਧਾਲਣ ਲਈ, ਉਸਨੂੰ ਹਰਨ ਕਰਨ ਲਈ ਆਪਣੀ ਬੁੱਕਲ ਵਿੱਚ ਲੁਕਾਇਆ ਹੋਵੇ। ਹਰਨ ਕਰਨ ਵਾਸਤੇ ਭਾਵ ਉਸਨੂੰ ਚਰਾਉਣ ਵਾਸਤੇ ਆਪਣੀ ਬੁੱਕਲ ਵਿੱਚ ਲੁਕੋਇਆ ਹੋਵੇ। ਐਪਰ ਦੂਰ ਸਾਗਰਾਂ ਬੰਨੀ ਨੱਸਣ ਜਦੋਂ ਉਹ ਲੱਗੀ, ਨੀਂਦ ਟੂਣਿਆਂ ਦੇ ਜੰਤਰ ਵਿੱਚ ਟੋਰ ਉਸਦੀ ਬੱਜੀ। ਕਵੀ ਕਹਿੰਦਾ ਹੈ ਕਿ ਉਸਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਜਮਨਾ ਨਦੀ ਤਾਜ ਮਹਿਲ ਨੂੰ ਉਧਾਲਣ ਲਈ, ਉਸਨੂੰ ਚਰਾਉਣ ਲਈ ਆਪਣੀ ਬੁੱਕਲ ਵਿੱਚ ਲੁਕੋ ਕੇ ਜਾਣਾ ਚਾਹੁੰਦੀ ਹੈ, ਪਰ ਜਮਨਾ ਨਦੀ ਤਾਜ ਮਹਿਲ ਨੂੰ ਜਦੋਂ ਲੈ ਕੇ ਤੁਰਨ ਲੱਗੀ ਤਾਂ ਉਸਦੀ ਤੋਰ ਇਸ ਤਰ੍ਹਾਂ ਸੀ ਜਿਵੇਂ ਉਸਦੀ ਨੀਂਦ ਕਿਸੇ ਟੂਣੇ ਮੰਤਰ ਵਿੱਚ ਬੱਝ ਗਈ ਹੋਵੇ, ਭਾਵ ਉਹ ਹੌਲੀ ਹੌਲੀ ਚੱਲ ਰਹੀ ਸੀ ਜਿਵੇਂ ਕੋਈ ਨੀਂਦ ਵਿੱਚ ਚੱਲ ਰਿਹਾ ਹੈ। ਐਪਰ ਦੂਰ ਸਾਗਰਾਂ ਬੰਨੀ ਭਾਵ ਜਦੋਂ ਉਹ ਸਾਗਰਾਂ ਬੰਨੀ ਆਪਣੇ ਆਪ ਨੂੰ ਅੱਗੇ ਲਿਜਾਣ ਲੱਗੀ, ਨੱਸਣ ਜਦੋਂ ਲੱਗੀ, ਜਦੋਂ ਨੱਸਣ ਲੱਗੀ ਨੀਂਦ ਟੂਣਿਆਂ ਦੇ ਜੰਤਰ ਵਿੱਚ, ਤਾਂ ਇਵੇਂ ਜਾਪਿਆ ਜਿਵੇਂ ਟੂਣੇ ਮੰਤਰਾਂ ਦੇ ਵਿੱਚ ਬੱਝ ਗਈ ਹੋਵੇ ਤੇ ਉਸਦੀ ਟੋਰ ਜੋ ਹੈ ਘਟ ਗਈ, ਹੌਲੀ ਹੌਲੀ ਹੋ ਗਈ ਜਿਵੇਂ ਕੋਈ ਨੀਂਦ ਵਿੱਚ ਚੱਲ ਰਿਹਾ ਹੋਵੇ। ਸੁੱਤੇ ਇਸ ਚੌਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾਂ। ਕਵੀ ਕਹਿੰਦਾ ਹੈ ਕਿ ਇਸ ਚੌਗਿਰਦੇ ਦੇ ਅੰਦਰ, ਚਾਰ ਚੁਫੇਰੇ ਦੇ ਅੰਦਰ ਮੈਂ ਕੱਲਾ ਹੀ ਇੱਕ ਜਾਗ ਰਿਹਾ ਹਾਂ। ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ-ਚਾਪ ਵਾਂਗ ਚਿਰਾਗਾਂ। ਕਹਿੰਦਾ ਮੇਰੀਆਂ ਜੋ ਦੋ ਅੱਖਾਂ ਆ ਇਹ ਦੀਵਿਆਂ ਵਾਂਗ, ਚਿਰਾਗਾਂ ਦੇ ਵਾਂਗ ਜਗ ਰਹੀਆਂ ਹਨ। ਗੁੰਬਦ ਦੀਆਂ ਉਭਾਰਾਂ ਉੱਤੇ ਮਸਤਾਈਆਂ ਅਲਸਾਈਆਂ, ਮਸਤਾਈਆਂ ਭਾਵ ਅਲਸਾਈਆਂ ਤੇ ਮਸਤਾਈਆਂ ਭਾਵ ਮਸਤਾਈਆਂ ਹੋਈਆਂ, ਅਲਸਾਈਆਂ ਭਾਵ ਆਲਸ ਭਾਵ ਜਦੋਂ ਨੀਂਦ
ਆ ਰਹੀ ਹੋਵੇ ਤਾਂ ਬੰਦਾ ਆਲਸੀ ਜਿਹਾ ਹੋ ਜਾਂਦਾ ਹੈ। ਇਸ ਤਰ੍ਹਾਂ ਕਵੀ ਕਹਿੰਦਾ ਹੈ ਕਿ ਮਸਤ ਵੀ ਹਾਂ ਅਤੇ ਆਲਸ ਵੀ ਹੈ ਅਤੇ ਮੇਰੀਆਂ ਅੱਖਾਂ ਚੁੱਪਚਾਪ ਜੋ ਹੈ ਗੁੰਬਦ ਦੀਆਂ ਉਭਾਰਾਂ ਵੱਲ ਵੇਖ ਰਹੀਆਂ ਹਨ, ਜਿਵੇਂ ਦੋ ਦੀਵੇ ਜਗ ਰਹੇ ਹਨ ਅਤੇ ਆਲਾ ਦੁਆਲਾ ਸ਼ਾਂਤ ਅਤੇ ਸੁੱਤਾ ਪਿਆ ਹੈ। ਸੁੱਤੀ ਇਸ ਚੁਗਿਰਦੇ ਅੰਦਰ ਮੈਂ ਇਕੱਲਾ ਇੱਕ ਜਾਗਾਂ। ਕਵੀ ਕਹਿੰਦਾ ਹੈ ਕਿ ਸੁੱਤੇ ਹੋਏ ਇਸ ਚਾਰ ਚੁਫੇਰੇ ਦੇ ਵਿੱਚ ਮੈਂ ਇਕੱਲਾ ਇੱਕ ਜਾਗ ਰਿਹਾ ਹਾਂ। ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪਚਾਪ ਵਾਂਗ ਚਿਰਾਗਾਂ, ਅਤੇ ਮੇਰੀਆਂ ਦੋ ਅੱਖਾਂ ਜਿਹੜੇ ਹਨ ਉਹ ਚੁੱਪਚਾਪ ਦੀਵਿਆਂ ਦੇ ਵਾਂਗ ਜਗ ਰਹੀਆਂ ਹਨ। ਗੁੰਬਦ ਦੀਆਂ ਉਭਾਰਾਂ ਉੱਤੇ ਮਸਤ ਆਈਆਂ ਅਲਸਾਈਆਂ। ਗੁੰਬਦ ਦੇ ਉਭਾਰਾਂ ਉੱਤੇ ਭਾਵ ਜੋ ਉਸ ਇਮਾਰਤ ਦਾ ਸਿਖਰ ਹੈ ਉਸ ਵੱਲ ਉਸ ਦੀਆਂ ਅੱਖਾਂ ਜੋ ਆ ਮਸਤਾਈਆਂ ਹੋਈਆਂ ਅਤੇ ਅਲਸਾਈਆਂ ਹੋਈਆਂ ਦੇਖ ਰਹੀਆਂ ਹਨ। ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੋਹਜ ਸੁਆਦ ਤਹਿਰਾਈਆਂ, ਅਤੇ ਕਵੀ ਦੀਆਂ ਜੋ ਅੱਖਾਂ ਹਨ ਮਸਤਾਈਆਂ ਹੋਈਆਂ ਫਿਰ ਰਹੀਆਂ ਸਨ ਅਤੇ ਸੋਹਜ ਸੁਆਦ ਤਹਿਰਾਈਆਂ ਭਾਵ ਇਸ ਸੋਹਜ ਸੁਆਦ ਦਾ ਆਨੰਦ ਕਵੀ ਮਾਣ ਰਿਹਾ ਸੀ। ਭਾਵ ਇਸ ਇਮਾਰਤ ਨੂੰ ਉਸ ਦੀਆਂ ਨਜ਼ਰਾਂ ਸੋਹਜ ਅਤੇ ਸੁਆਦ ਨਾਲ ਤੱਕ ਰਹੀਆਂ ਸੀ। ਤੱਕ ਤੱਕ ਕਸਬ, ਕਸਬ ਹੁਨਰ ਦਾ, ਕਸਬ ਹੈ ਕਲਾ, ਹੁਨਰ, ਹੁਨਰ ਹੈ ਕਲਾ। ਕਸਬ ਭਾਵ ਹੁਨਰ ਦੋਨੋਂ ਦਾ ਮਤਲਬ ਹੈ ਕਲਾ, ਅਤੇ ਹੈਰਤ, ਹੈਰਤ ਤੋਂ ਭਾਵ ਹੈ ਹੈਰਾਨਗੀ। ਕਵੀ ਕਹਿੰਦਾ ਹੈ ਤੱਕ ਤੱਕ ਕਸਬ ਹੁਸਨ ਮੁਗਲਾਂ ਦਾ। ਮੈਂ ਇਸ ਮੁਗਲਾਂ ਦੇ ਹੁਨਰ ਨੂੰ ਵੇਖ ਕੇ, ਕਲਾ ਨੂੰ ਵੇਖ ਕੇ ਮੇਰੀ ਜੋ ਹੈਰਤ ਹੈ, ਹੈਰਾਨੀ ਹੈ ਵੱਧਦੀ ਜਾ ਰਹੀ ਹੈ। ਸ਼ਾਹਜਹਾਨ ਦੇ ਸੋਹਜ ਸੁਆਦ ਨੂੰ ਲੂਲੂ ਪਿਆ ਸਲਾਵੇ, ਅਤੇ ਸ਼ਾਹਜਹਾਨ ਜਿਸ ਨੇ ਇਹ ਇਮਾਰਤ ਬਣਵਾਈ ਹੈ ਉਸ ਬਾਰੇ ਸੋਚ ਸੋਚ ਕੇ ਮੈਂ ਉਸ ਨੂੰ, ਉਸ ਦੀ ਰੀਝ ਨੂੰ, ਉਸ ਦੀ ਖਾਹਿਸ਼ ਨੂੰ ਸਲਾਹ ਵੀ ਰਿਹਾ ਹਾਂ, ਭਾਵ ਉਸ ਨੂੰ ਸਲਾਹੁੰਦਾ ਵੀ ਹਾਂ ਅਤੇ ਉਸ ਦੀ ਖੂਬਸੂਰਤੀ ਦਾ ਆਨੰਦ ਵੀ ਮਾਣ ਰਿਹਾ ਹਾਂ। ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ। ਕਹਿੰਦੇ ਇੰਨੇ ਨੂੰ ਜੋ ਗੁੰਬਦ ਹੈ ਉਸ ਦੇ ਉੱਤੋਂ ਇੱਕ ਆਂਡਾ ਮੇਰੇ ਸਾਹਮਣੇ ਡਿੱਗਾ ਅਤੇ ਉਹ ਟੋਟੇ ਟੋਟੇ ਹੋ ਗਿਆ। ਚੀਕਾਂ ਕੂਕਾਂ ਅਤੇ ਫਰਿਆਦਾਂ ਜਾ ਅੰਬਰ ਨੂੰ ਛੋਹਿਆ। ਮੇਰੇ ਕੰਨਾਂ ਦੇ ਵਿੱਚ ਇਸ ਤਰ੍ਹਾਂ ਚੀਕਾਂ ਅਤੇ ਫਰਿਆਦਾਂ ਸੁਣਨ ਲੱਗੀਆਂ ਜਿਵੇਂ ਉਸ ਆਂਡੇ ਦੇ ਵਿੱਚੋਂ ਉਹ ਆਵਾਜ਼ਾਂ ਆ ਰਹੀਆਂ ਹੋਣ। ਹੜ ਮਜ਼ਦੂਰਨੀਆਂ ਦਾ ਵਗਿਆ ਫਿਰ ਮਜ਼ਦੂਰ ਹਜ਼ਾਰਾਂ। ਮੇਰੇ ਸਾਹਮਣੇ ਹਜ਼ਾਰਾਂ ਮਜ਼ਦੂਰਨੀਆਂ ਦਾ ਹੜ ਆ ਗਿਆ, ਜਿਨ੍ਹਾਂ ਨੇ ਕੰਮ ਕਰਕੇ, ਜਿਨ੍ਹਾਂ ਨੇ ਮਿਹਨਤ ਕਰਕੇ ਇਸ ਇਮਾਰਤ ਨੂੰ ਬਣਾਇਆ ਸੀ। ਵਿੱਚ ਮਜ਼ਦੂਰ ਹਜ਼ਾਰਾਂ, ਵਿੱਚ ਮਜ਼ਦੂਰ ਵੀ ਹਜ਼ਾਰਾਂ ਮੈਨੂੰ ਦਿਸਣ ਲੱਗੇ। ਚੁੱਕ ਕਈਆਂ ਦੁਰਮਟ ਤੇਸੇ ਬੱਜੇ ਵਿੱਚ ਬਗਾਰਾਂ। ਮੈਨੂੰ ਇਹੋ ਜਿਹੇ ਮਜ਼ਦੂਰ ਦਿਸਣ ਲੱਗੇ ਜੋ ਕਈਆਂ ਦੁਰਮਟ, ਦੁਰਮਟ ਲੈ ਕੇ, ਦੁਰਮਟ ਭਾਵ ਲੋਹੇ ਦਾ ਇੱਕ ਔਜ਼ਾਰ ਜਿਸ ਨਾਲ ਪੱਥਰ ਜਾਂ ਮਿੱਟੀ ਦੀ ਤਹਿ ਨੂੰ ਬਿਠਾਇਆ ਜਾਂਦਾ ਹੈ, ਇਹੋ ਜਿਹੇ ਮਜ਼ਦੂਰ ਜੋ ਆਪਣੇ ਔਜ਼ਾਰ ਲੈ ਕੇ ਉੱਥੇ ਕੰਮ ਕਰ ਰਹੇ ਸਨ, ਉਹ ਮੇਰੇ ਸਾਹਮਣੇ, ਮੇਰੇ ਅੱਖਾਂ ਦੇ ਸਾਹਮਣੇ ਉਹਨਾਂ ਦੀ ਝਾਕੀ ਘੁੰਮਣ ਲੱਗ ਪਈ। ਦੁੱਧੀਆਂ ਨਾਲ ਪਲਮਦੇ ਬੱਚੇ, ਕੰਮੀ ਰੁੱਝੀਆਂ ਮਾਵਾਂ, ਅਤੇ ਛੋਟੇ ਛੋਟੇ ਬੱਚੇ ਜੋ ਕਿ ਆਪਣੀਆਂ ਮਾਵਾਂ ਦਾ ਦੁੱਧ ਪੀ ਰਹੇ ਸਨ ਉਹ ਵੀ ਮੇਰੇ ਸਾਹਮਣੇ ਦਿਸਣ ਲੱਗੇ, ਜੋ ਰੋ ਰਹੇ ਸਨ, ਬਿਲਕ ਰਹੇ ਸਨ ਅਤੇ ਉਹਨਾਂ ਦੀਆਂ ਮਾਵਾਂ ਕੰਮਾਂ ਵਿੱਚ ਰੁੱਝੀਆਂ ਹੋਈਆਂ ਸਨ। ਦੁੱਧੀਆਂ ਨਾਲ ਪਲਮਦੇ ਬੱਚੇ, ਕੰਮੀ ਰੁੱਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਅੱਥਰੂ, ਹਿੱਕਾਂ ਦੇ ਵਿੱਚ ਆਹਾਂ। ਉਹ ਜੋ ਬੱਚੇ ਸਨ ਉਹਨਾਂ ਦੀਆਂ ਮਾਵਾਂ ਜੋ ਕਿ ਆਪਣੀਆਂ ਮਾਵਾਂ ਦੇ ਦੁੱਧ ਪੀਂਦੇ ਛੋਟੇ ਬੱਚੇ ਸਨ, ਉਹਨਾਂ ਦੀਆਂ ਮਾਵਾਂ ਕੰਮਾਂ ਵਿੱਚ ਰੁੱਝੀਆਂ ਹੋਈਆਂ ਸਨ। ਅੱਖਾਂ ਦੇ ਵਿੱਚ ਛਲਕਣ ਅੱਥਰੂ, ਉਹਨਾਂ ਛੋਟਿਆਂ ਬੱਚਿਆਂ ਦੀਆਂ ਅੱਖਾਂ ਵਿੱਚ ਅੱਥਰੂ ਛਲਕਣ ਲੱਗੇ। ਹਿੱਕਾਂ ਦੇ ਵਿੱਚ ਆਹਾਂ, ਅਤੇ ਹਿੱਕਾਂ ਦੇ ਵਿੱਚ ਆਹਾਂ ਨਿਕਲਣ ਲੱਗੀਆਂ, ਚੀਸਾਂ ਨਿਕਲਣ ਲੱਗੀਆਂ। ਅੱਖਾਂ ਦੇ ਵਿੱਚ ਛਲਕਣ ਅੱਥਰੂ, ਹਿੱਕਾਂ ਦੇ ਵਿੱਚ ਆਹਾਂ। ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਛਲਕ ਰਹੇ ਸਨ ਅਤੇ ਹਿੱਕਾਂ ਵਿੱਚੋਂ ਆਹਾਂ ਨਿਕਲ ਰਹੀਆਂ ਸਨ, ਭਾਵ ਉਹਨਾਂ ਦੀਆਂ ਹਿੱਕਾਂ ਵਿੱਚੋਂ ਹਉਕੇ ਨਿਕਲ
ਰਹੇ ਸਨ। ਬੋਕਿਆਂ ਵਰਗੇ ਪੇਟ ਉਹਨਾਂ ਦੇ ਤੁੱਕਿਆਂ ਵਰਗੇ ਗਾਟੇ। ਉਹਨਾਂ ਬੱਚਿਆਂ ਦੇ ਬੋਕਿਆਂ ਵਰਗੇ ਭਾਵ ਚਮੜੇ ਦਾ ਇੱਕ ਕਹਿੰਦੇ ਝੋਲਾ ਹੁੰਦਾ ਹੈ। ਬੋਕਾ ਖੂਹ ਵਿੱਚੋਂ ਪਾਣੀ ਕੱਢਣ ਲਈ ਵੀ ਵਰਤਿਆ ਜਾਂਦਾ ਹੈ। ਅਤੇ ਕਵੀ ਨੇ ਗਰੀਬ ਮਜ਼ਦੂਰਾਂ ਦੇ ਖਾਲੀ ਪੇਟ ਦਾ ਚਿੱਤਰ ਜੋ ਹੈ ਖਾਲੀ ਬੋਕੇ ਨਾਲ ਕੀਤਾ ਹੈ ਕਿ ਜਿਸ ਤਰ੍ਹਾਂ ਉਹ ਬੋਕਾ ਪਾਣੀ ਨਾਲ ਭਰ ਕੇ ਫੁੱਲ ਜਾਂਦਾ ਹੈ, ਇਸੇ ਤਰ੍ਹਾਂ ਹੀ ਇਹ ਜਿਹੜੇ ਬੱਚੇ ਆ ਇਹਨਾਂ ਦੇ ਢਿੱਡ ਖਾਲੀ ਹਵਾ ਨਾਲ ਇਵੇਂ ਫੁੱਲੇ ਹੋਏ ਹਨ ਜਿਵੇਂ ਚਮੜੇ ਦਾ ਕੋਈ ਝੋਲਾ ਫੁੱਲਿਆ ਹੋਵੇ, ਜਿਵੇਂ ਚਮੜੇ ਦਾ ਕੋਈ ਡੋਲਾ ਹੋਵੇ। ਬੋਕਿਆਂ ਵਰਗੇ ਪੇਟ ਉਹਨਾਂ ਦੇ ਜੋ ਪੇਟ ਆ ਉਹਨਾਂ ਛੋਟੇ ਬੱਚਿਆਂ ਦੇ ਪੇਟ ਫੁੱਲੇ ਹੋਏ ਹਨ। ਜਿਵੇਂ ਬੋਕੇ ਵਿੱਚ ਪਾਣੀ ਭਰ ਕੇ ਉਹ ਫੁੱਲ ਜਾਂਦਾ ਹੈ, ਇਸੇ ਤਰ੍ਹਾਂ ਹੀ ਛੋਟੇ ਬੱਚਿਆਂ ਦੇ ਜੋ ਪੇਟ ਆ ਉਹ ਇਸ ਤਰ੍ਹਾਂ ਪਹਿਲਾਂ ਚਿਪਕੇ ਹੋਏ ਹਨ ਅਤੇ ਫਿਰ ਫੁੱਲੇ ਹੋਏ ਹਨ। ਤੁੱਕਿਆਂ ਵਰਗੇ ਗਾਟੇ, ਅਤੇ ਫਿਰ ਉਹਨਾਂ ਦੇ ਜੋ ਗਾਟੇ ਹਨ ਭਾਵ ਗਰਦਨਾਂ ਹਨ, ਧੌਣਾ ਹਨ, ਤੁੱਕਿਆਂ ਵਰਗੇ ਹਨ। ਤੁੱਕੇ ਹੁੰਦੇ ਆ ਮੱਕੀ ਦੀ ਛੱਲੀ ਤੋਂ ਜਦੋਂ ਦਾਣੇ ਲਾਹ ਲਏ ਜਾਂਦੇ ਆ ਅਤੇ ਬਾਅਦ ਵਿੱਚ ਜੋ ਬਚਦਾ ਹੈ ਉਹਨਾਂ ਨੂੰ ਤੁੱਕੇ ਆਖਿਆ ਜਾਂਦਾ ਹੈ। ਸੋ ਆਪਾਂ ਉਹਨਾਂ ਨੂੰ ਗੁੱਲ ਵੀ ਕਹਿੰਦੇ ਹਾਂ। ਸੋ ਉਹਨਾਂ ਦੇ ਜੋ ਗਰਦਨ ਆ ਧੌਣ ਆ ਉਹਨਾਂ ਦੀ ਉਹ ਤੁੱਕੇ ਵਰਗੀ ਹੈ। ਛਾਲੇ ਛਾਲੇ ਹੱਥ ਉਹਨਾਂ ਦੇ, ਅਤੇ ਉਹਨਾਂ ਦੇ ਹੱਥਾਂ ਦੇ ਉੱਤੇ ਛਾਲੇ ਪਏ ਹੋਏ ਹਨ। ਪੈਰ ਬਿਆਈਆਂ ਪਾਟੇ, ਅਤੇ ਉਹਨਾਂ ਦੇ ਪੈਰ ਜੋ ਹੈ ਉਹਨਾਂ ਦੀਆਂ ਬਿਆਈਆਂ ਭਾਵ ਅੱਡੀਆਂ ਜੋ ਹਨ ਪੱਟੀਆਂ ਹੋਈਆਂ ਹਨ, ਉਹਨਾਂ ਦੀਆਂ ਬਿਆਈਆਂ ਪਾਟੀਆਂ ਹੋਈਆਂ ਹਨ। ਫਿਰ ਵੀ ਕੰਮ ਕਰਾਉਣ ਵਾਲੇ ਮਾਰ ਮਾਰ ਕੇ ਛਾਂਟਾਂ। ਕਵੀ ਕਹਿੰਦਾ ਹੈ ਫਿਰ ਵੀ ਜਿਹੜੇ ਕੰਮ ਕਰਾਉਣ ਵਾਲੇ ਹਨ ਉਹ ਉਹਨਾਂ ਦੀ ਭੁੱਖ ਅਤੇ ਉਹਨਾਂ ਦੇ ਦੁੱਖ ਦੀ ਬਿਲਕੁਲ ਪਰਵਾਹ ਨਹੀਂ ਕਰਦੇ, ਸਗੋਂ ਉਹ ਆਪਣੇ ਮਾਲਕਾਂ ਦਾ ਰਵੱਈਆ ਉਹਨਾਂ ਦਾ ਬੜਾ ਦਰਦਨਾਕ ਅਤੇ ਜ਼ਾਲਮਾਨਾ ਸੀਗਾ। ਭਾਵ ਉਹਨਾਂ ਨੂੰ ਮਾਰ ਮਾਰ ਕੇ ਕੁੱਟ ਕੁੱਟ ਕੇ ਉਹਨਾਂ ਕੋਲੋਂ ਕੰਮ ਕਰਵਾ ਰਹੇ ਸਨ। ਮਾਸੂਮਾਂ ਦੇ ਪਿੰਡਿਆਂ ਉੱਤੇ ਚਾੜ੍ਹੀ ਜਾਣ ਸਲਾਟਾਂ। ਜੋ ਮਾਲਕ ਹਨ, ਜੋ ਜ਼ਾਲਮ ਹਨ, ਜੋ ਮੁਗਲ ਹਨ, ਜੋ ਕੰਮ ਕਰਵਾ ਰਹੇ ਹਨ, ਉਹ ਉਹਨਾਂ ਮਾਸੂਮਾਂ ਦੇ ਪਿੰਡਿਆਂ ਉੱਤੇ ਸਲਾਟਾਂ ਮਾਰ ਮਾਰ ਕੇ ਭਾਵ ਨਿਸ਼ਾਨ ਪਾ ਪਾ ਕੇ ਮਾਰ ਮਾਰ ਕੇ ਉਹਨਾਂ ਤੋਂ ਕੰਮ ਲੈ ਰਹੇ ਸਨ। ਇੱਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ। ਕਵੀ ਕਹਿੰਦਾ ਹੈ ਕਿ ਇਸ ਤਰ੍ਹਾਂ ਭੁੱਖੇ ਅਤੇ ਗਰੀਬ ਮਜ਼ਦੂਰਾਂ ਦੀ ਝਾਕੀ ਭਾਵ ਤਸਵੀਰ ਜਦੋਂ ਮੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਆਉਣ ਲੱਗੀ, ਨਾਲ ਪੀੜ ਦੇ ਕਰਵਲ ਹੋ ਕੇ ਰੂਹ ਮੇਰੀ ਕੁਰਲਾਈ। ਤਾਂ ਮੇਰੀ ਜਿਹੜੀ ਰੂਹ ਆ ਕੁਰਲਾ ਉੱਠੀ ਪੀੜ ਦੇ ਨਾਲ, ਕਲਵਲ ਹੋ ਕੇ, ਵਿਆਕੁਲ ਹੋ ਕੇ, ਕਲਵਲ ਭਾਵ ਵਿਆਕੁਲ ਹੋ ਕੇ ਜੋ ਮੇਰੀ ਰੂਹ ਹੈ ਕੁਰਲਾ ਉੱਠੀ। ਕੀ ਉਹ ਹੁਸਨ ਹੈ ਸੱਚਮੁੱਚ? ਮੈਂ ਸੋਚਣ ਲੱਗਾ ਕਿ ਅਜਿਹਾ ਹੁਸਨ ਜੋ ਇਸ ਇਮਾਰਤ ਦਾ ਹੁਸਨ ਹੈ, ਕੀ ਇਹ ਸੱਚਮੁੱਚ ਹੀ ਹੁਸਨ ਹੈ ਜੋ ਲੱਖਾਂ, ਜਾਂ ਉਹ ਉਂਝ ਹੀ ਛਲਦਾ, ਜਾਂ ਉਹ ਉਂਝ ਇੱਕ ਛਲਾਵਾ ਹੀ ਹੈ। ਕਹਿੰਦੇ ਜੋ ਲੱਖਾਂ ਗਰੀਬ ਮਜ਼ਦੂਰਾਂ ਦੇ ਹੰਝੂਆਂ 'ਤੇ ਉਸਰਿਆ ਹੋਵੇ, ਕੀ ਉਹ ਹੁਸਨ ਸੱਚਮੁੱਚ ਦਾ ਹੁਸਨ ਹੈ? ਲੱਖ ਗਰੀਬ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦਾ। ਕਵੀ ਕਹਿੰਦਾ ਹੈ ਕਿ ਲੱਖਾਂ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜਿਹੜਾ ਹੁਸਨ ਉਸਰਿਆ ਹੋਵੇ, ਕੀ ਉਹ ਸੱਚਮੁੱਚ ਦਾ ਹੁਸਨ ਹੈ? ਅਰਥਾਤ ਕਵੀ ਦੇ ਕਹਿਣ ਦਾ ਭਾਵ ਇਹ ਹੈ ਕਿ ਕਵੀ ਦਾ ਮਨ ਮਜ਼ਦੂਰਾਂ ਦੀ ਬੇਵਸੀ, ਲਾਚਾਰੀ ਅਤੇ ਮਜਬੂਰੀ ਨੂੰ ਜਾਣਦਿਆਂ ਹੋਇਆਂ ਦਰਦ ਨਾਲ ਕੁਰਲਾ ਉੱਠਿਆ ਅਤੇ ਆਪਣੇ ਦਿਲ ਵਿਚਲੀ ਸ਼ੰਕਾ ਭਰੀ ਆਵਾਜ਼ ਵਿੱਚ ਸਾਰਿਆਂ ਨੂੰ ਸੋਚਣ ਲਈ ਉਸਨੇ ਮਜਬੂਰ ਕਰ ਦਿੱਤਾ ਕਿ ਇੱਕ ਇਮਾਰਤ ਦੀ ਸੁੰਦਰਤਾ ਹੈ ਜਾਂ ਇੱਕ ਧੋਖਾ ਹੀ ਹੈ। ਕਵੀ ਅਜਿਹੀ ਸੁੰਦਰਤਾ ਨੂੰ ਛਲਾਵਾ ਕਹਿੰਦਾ ਹੈ।